Hello students, मैं राकेश डल्ला फ्रॉम गवर्नमेंट ITI मोहाली ਤੁਹਾਡੇ ਲਈ ਅੱਜ ਲੈ ਕੇ ਆਏ ਹਾਂ ਇੰਪਲੋਏਬਿਲਟੀ ਸਕਿੱਲਸ ਸਬਜੈਕਟ ਦਾ ਚੈਪਟਰ ਕੁਆਲਿਟੀ ਮੈਨੇਜਮੈਂਟ। ਉਹਦੇ ਚ ਟੌਪਿਕ ਜਿਹੜਾ ਅਸੀਂ ਅੱਜ ਡਿਸਕਸ ਕਰਨਾ ਉਹ ਹੈਗਾ ਕੁਆਲਿਟੀ ਪੈਰਾਮੀਟਰਸ। ਕੁਆਲਿਟੀ ਪੈਰਾਮੀਟਰਸ ਦੇ ਵਿੱਚ ਅਸੀਂ ਅੱਜ ਡਿਸਕਸ ਕਰਾਂਗੇ ਟੋਟਲ ਪ੍ਰੋਡਕਟਿਵ ਮੇਨਟੇਨੈਂਸ। ਸਭ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਰੀਕਾਲ ਕਰ ਲਈਏ ਕਿ ਅਸੀਂ ਪਹਿਲਾਂ ਕੁਆਲਿਟੀ ਪੈਰਾਮੀਟਰਸ ਦੇ ਬਾਰੇ ਕੀ ਪੜਿਆ। ਟੋਟਲ ਕੁਆਲਿਟੀ ਪੈਰਾਮੀਟਰਸ ਜਿਹੜੇ ਆ ਉਹ ਕੁਆਲਿਟੀ ਸਰਕਲਸ, ਟੋਟਲ ਪ੍ਰੋਡਕਟਿਵ ਮੇਨਟੇਨੈਂਸ, ਕੁਆਲਿਟੀ ਮੈਨੇਜਮੈਂਟ ਸਿਸਟਮ, 5S ਕੰਸੈਪਟ, ਕਾਈਜ਼ਨ ਤੇ ਟੋਟਲ ਕੁਆਲਿਟੀ ਮੈਨੇਜਮੈਂਟ ਨੇ। ਇਹਨਾਂ ਦੇ ਵਿੱਚੋਂ ਅਸੀਂ ਕੁਆਲਿਟੀ ਸਰਕਲ ਜਿਹੜਾ ਸੀਗਾ ਉਹ ਪਿਛਲੀ ਕਲਾਸ ਦੇ ਵਿੱਚ ਡਿਸਕਸ ਕਰ ਲਿਆ ਸੀ। ਅੱਜ ਜੋ ਅਸੀਂ ਡਿਸਕਸ ਕਰਨਾ ਉਹ ਹੈਗਾ ਟੋਟਲ ਪ੍ਰੋਡਕਟਿਵ ਮੇਨਟੇਨੈਂਸ। ਟੋਟਲ ਪ੍ਰੋਡਕਟਿਵ ਮੇਨਟੇਨੈਂਸ TPM। ਪਹਿਲਾਂ ਅਸੀਂ ਅੰਡਰਸਟੈਂਡ ਕਰ ਲਈਏ TPM ਹੈ ਕੀ ਆ। ਜਦੋਂ ਇੰਡਸਟਰੀ ਦੇ ਵਿੱਚ ਅਸੀਂ ਜਾ ਕੇ ਕੰਮ ਕਰਨਾ ਆ, ਉੱਥੇ ਅਸੀਂ ਦੇਖਾਂਗੇ ਕਿ ਕਿੰਨੇ ਤਰ੍ਹਾਂ ਦੇ ਡਿਪਾਰਟਮੈਂਟ ਕੰਮ ਕਰ ਰਹੇ ਆ। ਜਿਵੇਂ ਪ੍ਰੋਡਕਸ਼ਨ ਡਿਪਾਰਟਮੈਂਟ ਹੋ ਗਿਆ, ਕੁਆਲਿਟੀ ਕੰਟਰੋਲ ਡਿਪਾਰਟਮੈਂਟ ਹੋ ਗਿਆ, ਪ੍ਰੋਡਕਸ਼ਨ ਪਲਾਨਿੰਗ ਡਿਪਾਰਟਮੈਂਟ ਹੋ ਗਿਆ, ਮੇਨਟੇਨੈਂਸ ਡਿਪਾਰਟਮੈਂਟ, ਮਾਰਕੀਟਿੰਗ ਡਿਪਾਰਟਮੈਂਟ, ਸੇਲਸ ਡਿਪਾਰਟਮੈਂਟ। ਇਸੇ ਤਰ੍ਹਾਂ ਹੀ ਅਲੱਗ-ਅਲੱਗ ਡਿਪਾਰਟਮੈਂਟ ਉੱਥੇ ਕੰਮ ਕਰਦੇ ਨੇ। ਜਿਹੜੇ ਆਪਰੇਟਰਸ ਪ੍ਰੋਡਕਸ਼ਨ ਦੇ ਵਿੱਚ ਕੰਮ ਕਰਦੇ ਨੇ, ਮਸ਼ੀਨਾਂ ਚਲਾਉਂਦੇ ਨੇ, ਜਿਨ੍ਹਾਂ ਨੇ ਮੇਨ ਪ੍ਰੋਡਕਸ਼ਨ ਕਰਨੀ, ਜਿਹੜੇ ਕੰਪੋਨੈਂਟ ਜਿਨ੍ਹਾਂ ਨੇ ਤਿਆਰ ਕਰਨੇ ਨੇ, ਉਹ ਸੋਚਦੇ ਆ ਕਿ ਜਿਹੜੀ ਮਸ਼ੀਨ ਦੇ ਉੱਤੇ ਉਹ ਕੰਮ ਕਰ ਰਹੇ ਆ ਉਸ ਨੂੰ ਸਿਰਫ ਚਲਾਉਣ ਦੀ ਜ਼ਿੰਮੇਵਾਰੀ ਉਹਨਾਂ ਦੀ ਹੈਗੀ ਆ, ਪਰ ਉਹ ਮਸ਼ੀਨਾਂ ਨੂੰ ਠੀਕ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੈਗੀ ਆ ਉਹ ਮੇਨਟੇਨੈਂਸ ਡਿਪਾਰਟਮੈਂਟ ਦੀ ਹੁੰਦਾ। ਵੀ ਇਸੇ ਤਰ੍ਹਾਂ ਹੀ ਆ, ਮੇਨਟੇਨੈਂਸ ਡਿਪਾਰਟਮੈਂਟ ਨੇ ਮਸ਼ੀਨਾਂ ਨੂੰ ਠੀਕ ਕਰਨਾ ਹੁੰਦਾ ਹੈ, ਬਟ ਜਿੰਨਾ ਤੱਕ ਆਪਰੇਟਰ ਇਹ ਸੋਚ ਕੇ ਨਹੀਂ ਚੱਲਦਾ ਕਿ ਜਿਹੜੀ ਮਸ਼ੀਨ ਦੇ ਉੱਪਰ ਉਹ ਕੰਮ ਕਰਦਾ ਪਿਆ ਉਹ ਉਹਦੀ ਖੁਦ ਦੀ ਆਪਣੀ ਮਸ਼ੀਨ ਹੈਗੀ ਆ। ਜਿਵੇਂ ਸਪੋਜ਼ ਸਾਡੇ ਕੋਲ ਕੋਈ ਕਾਰ ਹੈਗੀ ਆ ਜਾਂ ਕੋਈ ਸਕੂਟਰ ਹੈਗਾ ਆ, ਉਹਨੂੰ ਚਲਾਉਂਦੇ ਤਾਂ ਅਸੀਂ ਆ, ਪਰ ਉਹਨੂੰ ਠੀਕ ਕਰਨ ਲਈ ਮਕੈਨਿਕ ਕੋਈ ਹੋਰ ਆ, ਪਰ ਉਸਨੂੰ ਠੀਕ ਕਰਵਾਉਣ ਦੀ ਜ਼ਿੰਮੇਵਾਰੀ ਸੇ ਉਹਦੀ ਸਰਵਿਸ ਕਰਵਾਉਣੀ ਆ, ਉਹਦੇ ਵਿੱਚ ਕੋਈ ਫਾਲਟ ਪੈ ਗਿਆ ਉਹਨੂੰ ਠੀਕ ਕਰਾਉਣਾ, ਕੋਈ ਉਹਦੀ ਸਰਵਿਸਿੰਗ ਕਰਵਾਉਣੀ ਆ, ਉਹ ਰਿਸਪੌਂਸਿਬਿਲਿਟੀ ਓਨਰ ਦੀ ਆ। ਉਹ ਰਿਸਪੌਂਸਿਬਿਲਿਟੀ ਸਾਡੀ ਹੁੰਦੀ ਹੈ ਕਿ ਅਸੀਂ ਜਾ ਕੇ ਮਕੈਨਿਕ ਕੋਲੋਂ ਮਾਰਕੀਟ ਦੇ ਵਿੱਚੋਂ ਜਾਂ ਸਰਵਿਸ ਸੈਂਟਰ ਦੇ ਵਿੱਚੋਂ ਜਾ ਕੇ ਆਪਣਾ ਜਿਹੜਾ ਸਕੂਟਰ, ਮੋਟਰਸਾਈਕਲ ਜਾਂ ਕਾਰ ਹੈਗੀ ਉਹਦੀ ਸਰਵਿਸ ਕਰਵਾਈਏ ਔਰ ਉਹਦੇ ਵਿੱਚ ਜੋ ਵੀ ਐਬਨੋਰਮੈਲਿਟੀਜ਼ ਹੈਗੀਆਂ ਉਹਨੂੰ ਟਾਈਮ ਟੂ ਟਾਈਮ ਅਸੀਂ ਠੀਕ ਕਰਵਾਈਏ। ਇਸੇ ਤਰ੍ਹਾਂ ਹੀ ਇੰਡਸਟਰੀ ਦੇ ਵਿੱਚ ਜਿਹੜੇ ਵਰਕਰਸ ਮਸ਼ੀਨਾਂ ਦੇ ਉੱਪਰ ਕੰਮ ਕਰਦੇ ਨੇ, ਉਹਨਾਂ ਦੀ ਵੀ ਇਹ ਰਿਸਪੌਂਸਿਬਿਲਿਟੀ ਆ ਕਿ ਜਿਹੜੀ ਮਸ਼ੀਨ ਦੇ ਉੱਤੇ ਉਹ ਕੰਮ ਕਰਦੇ ਪਏ ਆ ਉਹਦੀ ਜਿਹੜੀ ਮੇਨਟੇਨੈਂਸ ਹੈਗੀ ਆ ਉਹ ਆਪਣੀ ਜ਼ਿੰਮੇਵਾਰੀ ਸਮਝਣ ਕਿ ਉਸ ਮਸ਼ੀਨ ਨੂੰ ਮੇਨਟੇਨ ਕਰਨਾ ਉਹਨਾਂ ਦਾ ਕੰਮ ਆ। ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੀ ਓਨਰਸ਼ਿਪ ਆਉਣੀ ਚਾਹੀਦੀ ਆ ਕਿ ਇਹ ਮਸ਼ੀਨ ਮੇਰੀ ਆ। ਪਰ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਦੇਖਣ ਦੇ ਵਿੱਚ ਇਹੀ ਆਇਆ ਕਿ ਓਨਰਸ਼ਿਪ ਜਿਹੜੀ ਆਪਰੇਟਰਸ ਦੇ ਵਿੱਚ ਨਹੀਂ ਆਉਂਦੀ। ਉਹ ਸੋਚਦੇ ਆ ਕਿ ਇਹ ਮਸ਼ੀਨ ਤਾਂ ਮੇਰਾ ਕੰਮ ਹੈਗਾ ਇਸ ਮਸ਼ੀਨ ਨੂੰ ਚਲਾਉਣ ਦਾ, ਮੈਂ ਚਲਾਵਾਂਗਾ, ਚਲਾ ਕੇ 8 ਘੰਟੇ ਕੰਮ ਕਰਕੇ ਚਲੇ ਜਾਊਂਗਾ, ਬਟ ਇਹਨੂੰ ਮੇਨਟੇਨ ਕਰਨ ਦੀ ਜ਼ਿੰਮੇਵਾਰੀ ਤਾਂ ਦੂਸਰੇ ਡਿਪਾਰਟਮੈਂਟ ਦੀ। ਉਹ ਆਣਗੇ ਮਕੈਨਿਕ, ਆ ਕੇ ਇਹਨੂੰ ਠੀਕ ਕਰਨਗੇ, ਜਾਂ ਜਦੋਂ ਵੀ ਰੁਕ ਗਈ ਮਸ਼ੀਨ ਉਹ ਆਪਣੇ ਆਪ ਹੀ ਠੀਕ ਕਰਨਗੇ। TPM ਕੰਸੈਪਟ ਕੀ ਹੈਗਾ ਆ? ਉਹਦੇ ਵਿੱਚ ਅਸੀਂ ਸਾਰੇ ਵਰਕਰਸ ਨੂੰ ਜਿਹੜੇ ਮਸ਼ੀਨਾਂ ਚਲਾਉਂਦੇ ਨੇ ਉਹਨਾਂ ਨੂੰ ਇਨਵੋਲਵ ਕਰਨਾ, ਉਹਨਾਂ ਨੂੰ ਇਹ ਰੀਅਲਾਈਜ਼ ਕਰਵਾਉਣਾ, ਉਹਨਾਂ ਨੂੰ ਇਹ ਗਾਈਡ ਕਰਨਾ ਕਿ ਜਿਹੜੀ ਮਸ਼ੀਨ ਦੇ ਉੱਪਰ ਤੁਸੀਂ ਕੰਮ ਕਰਦੇ ਪਏ ਹੋ ਇਹ ਮਸ਼ੀਨ ਤੁਹਾਡੀ ਆਪਣੀ ਹੈ, ਤੁਸੀਂ ਇਹਦੇ ਮਾਲਿਕ ਹੋ, ਇਹਨੂੰ ਮੇਨਟੇਨ ਕਰਨਾ ਤੁਹਾਡੀ ਆਪਣੀ ਰਿਸਪੌਂਸਿਬਿਲਿਟੀ ਆ। ਤੇ ਜਿਹੜੀਆਂ ਛੋਟੀਆਂ ਮੇਨਟੇਨੈਂਸਿਸ ਹੈਗੀਆਂ ਨੇ, ਜਿਵੇਂ ਉਹਦੀ ਟਾਈਟਨਿੰਗ ਹੋ ਗਈ, ਲੁਬਰੀਕੇਸ਼ਨ ਹੋ ਗਈ, ਕਲੀਨਿੰਗ ਹੋ ਗਈ, ਉਹ ਆਪਰੇਟਰ ਖੁਦ ਕਰ ਸਕੇ। ਜਿਹੜੀਆਂ ਛੋਟੀਆਂ ਉਹਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਨੂੰ ਉਹ ਆਪ ਰਿਜ਼ੋਲਵ ਕਰ ਸਕੇ। ਇੱਕ ਤਾਂ TPM ਕੰਸੈਪਟ ਦੇ ਵਿੱਚ ਓਨਰਸ਼ਿਪ ਲੈ ਕੇ ਆਣੀ ਆਪਾਂ ਆਪਰੇਟਰ ਦੇ ਵਿੱਚ। ਦੂਸਰਾ TPM ਦੇ ਵਿੱਚ
ਵੇਰੀਅਸ ਲੌਸਿਸ ਜਿਹੜੇ ਮਸ਼ੀਨ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਰਿਡਿਊਸ ਕਰਨਾ, ਇਹ TPM ਦਾ ਇੱਕ ਓਵਰਆਲ ਕਨਸੈਪਟ ਆ। ਹੁਣ ਅਸੀਂ 1 by 1 ਦੇਖਦੇ ਹਾਂ ਕਿ ਕੀ ਅਸੀਂ ਪੜ੍ਹਨਾ ਇਹਦੇ ਵਿੱਚ। ਸੋ ਸਭ ਤੋਂ ਪਹਿਲਾਂ ਹੈਗਾ TPM is a system oriented structured approach toward excellence. It is a powerful means to achieve high level product quality and productivity. TPM ਦੇ ਨਾਲ ਇੰਡਸਟਰੀ ਦੇ ਵਿੱਚ ਹਾਈ ਲੈਵਲ ਪ੍ਰੋਡਕਟ ਕੁਆਲਿਟੀ ਮੇਨਟੇਨ ਹੋਏਗੀ ਔਰ ਪ੍ਰੋਡਕਟਿਵਿਟੀ ਵੀ ਇਨਕਰੀਜ਼ ਹੋਏਗੀ। ਇਟ ਕੈਨ ਬੀ ਅਚੀਵਡ ਥਰੂ। ਹੁਣ TPM ਅਸੀਂ ਦੇਖਣਾ ਕਿਸ ਤਰ੍ਹਾਂ ਅਸੀਂ ਇੰਡਸਟਰੀ ਦੇ ਵਿੱਚ ਅਚੀਵ ਕਰ ਸਕਦੇ ਹਾਂ। ਐਫੀਸ਼ੀਐਂਟ utilization of all resources like man, machine, material, money, minutes, time. ਜਿੰਨੇ ਵੀ ਰਿਸੋਰਸਿਸ ਇੰਡਸਟਰੀ ਦੇ ਵਿੱਚ ਹੈਗੇ ਆ ਉਹਨਾਂ ਨੂੰ ਅਸੀਂ ਐਫੀਸ਼ੀਐਂਟਲੀ ਯੂਟਿਲਾਈਜ਼ ਕਰਨਾ ਹੈ। ਕਿਸੇ ਨੂੰ ਵੀ ਅਸੀਂ ਵੇਸਟ ਨਹੀਂ ਹੋਣ ਦੇਣਾ ਰਿਸੋਰਸਿਸ ਨੂੰ। ਸਭ ਤੋਂ ਪਹਿਲਾਂ TPM ਦਾ ਇਹ ਇਸ ਤਰ੍ਹਾਂ ਆਪਾਂ ਅਚੀਵ ਕਰ ਸਕਦੇ ਹਾਂ। ਦੂਸਰਾ ਟੋਟਲ EMPLOYEE ਪਾਰਟਿਸਿਪੇਸ਼ਨ ਥਰੂ ਗਰੁੱਪ ਐਕਟੀਵਿਟੀਜ਼ ਐਂਡ ਆਟੋਨੋਮਸ ਮੇਨਟੇਨੈਂਸ। ਜਿੰਨੇ ਵੀ ਉਸ ਇੰਡਸਟਰੀ ਦੇ ਵਿੱਚ EMPLOYEES ਹੈਗੇ ਉਹਨਾਂ ਦੀਆਂ ਗਰੁੱਪ ਐਕਟੀਵਿਟੀਜ਼ ਕਰਵਾਉਣੀਆਂ ਔਰ ਵਧੀਆ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਨਾਲ ਮਸ਼ੀਨਾਂ ਦੀ ਮੇਨਟੇਨੈਂਸ ਕਰਵਾਉਣੀ। ਇਸ ਤਰ੍ਹਾਂ ਅਸੀਂ ਜਿਹੜਾ TPM ਇੰਡਸਟਰੀ ਦੇ ਵਿੱਚ ਅਚੀਵ ਕਰ ਸਕਦੇ ਹਾਂ। TPM ਅਚੀਵ ਜੇ ਅਸੀਂ ਕਰ ਲਈਏ ਤਾਂ ਕੀ ਫਰਕ ਪਏਗਾ ਇੰਡਸਟਰੀ ਨੂੰ? ਸਭ ਤੋਂ ਪਹਿਲਾਂ ਤਾਂ ਕਿਉਂਕਿ ਅਸੀਂ ਆਪਰੇਟਰਸ ਤੋਂ ਮੈਂ ਗੱਲ ਸ਼ੁਰੂ ਕੀਤੀ ਸੀ, ਆਪਰੇਟਰਸ ਦਾ ਐਟੀਟਿਊਡਸ ਚੇਂਜ ਹੋ ਜਾਏਗਾ। ਐਟੀਟਿਊਡ ਕੀ ਆ? ਉਹ ਕਹੇਗਾ ਇਟ ਇਜ਼ ਮਾਈ ਮਸ਼ੀਨ। ਜਿਹੜੀ ਮਸ਼ੀਨ ਦੇ ਉੱਪਰ ਮੈਂ ਕੰਮ ਕਰਦਾ ਪਿਆ ਉਹ ਮੇਰੀ ਮਸ਼ੀਨ ਆ। ਇੱਕ ਓਨਰਸ਼ਿਪ ਉਹਦੇ ਵਿੱਚ ਡਿਵੈਲਪ ਹੋਏਗੀ ਜੇ TPM ਲੈ ਕੇ ਆਵਾਂਗੇ, ਕਿਉਂਕਿ TPM ਦੇ ਵਿੱਚ ਆਪਾਂ ਵਰਕਰ ਨੂੰ ਗਾਈਡ ਕਰਨਾ, ਮੈਂ ਪਹਿਲਾਂ ਵੀ ਦੱਸਿਆ ਸੀਗਾ, ਉਹਨੂੰ ਇਹ ਅਹਿਸਾਸ ਕਰਾਉਣਾ ਕਿ ਮਸ਼ੀਨ ਤੇਰੀ ਆ ਭਾਈ, ਕਿਸੇ ਦੀ ਨਹੀਂ ਹੈ, ਤੁਸੀਂ ਇਹਨੂੰ ਚਲਾਉਣਾ, ਤੁਸੀਂ ਇਹਨੂੰ ਮੇਨਟੇਨ ਕਰਾਉਣਾ, ਤੁਸੀਂ ਇਹਦੀ ਕਲੀਨਿੰਗ ਕਰਨੀ ਆ, ਤੁਸੀਂ ਇਹਦੀਆਂ ਮਾਈਨਰ ਮੇਨਟੇਨੈਂਸਿਸ ਕਰਨੀਆਂ ਨੇ। ਸੋ ਇਹ ਜੇ ਕਿਸੇ ਵੀ ਆਪਰੇਟਰ ਦੇ ਵਿੱਚ ਇਦਾਂ ਦਾ ਐਟੀਟਿਊਡ ਆ ਜਾਂਦਾ ਆ ਤੇ ਪਲਾਂਟ ਦੇ ਵਿੱਚ ਜਿਹੜੀ ਮਸ਼ੀਨਰੀ ਚੱਲਦੀ ਪਈ ਆ ਉਹਦੀ ਐਫੀਸ਼ੀਐਂਟ ਯੂਟਿਲਾਈਜੇਸ਼ਨ ਸਟਾਰਟ ਹੋ ਜਾਏਗੀ ਔਰ ਟੋਟਲ EMPLOYEE ਪਾਰਟਿਸਿਪੇਸ਼ਨ ਸਟਾਰਟ ਹੋ ਜਾਏਗੀ। ਆਬਜੈਕਟਿਵਸ ਕੀ ਹੈਗੇ TPM ਦੇ? Get operators in touch with their equipment to make them more familiar with it. Develop curiosity and sense of belongings of ownership and concern. ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਹਾਂ। ਸਭ ਤੋਂ ਪਹਿਲਾਂ ਤਾਂ TPM ਦੇ ਵਿੱਚ ਜਿਹੜੇ ਆਪਰੇਟਰਸ ਹੈਗੇ ਆ ਉਹਨਾਂ ਨੂੰ ਅਸੀਂ ਇਕਵਿਪਮੈਂਟ ਦੇ ਨਾਲ ਫੈਮਲੀਅਰ ਕਰਾਉਣਾ, ਉਹਨਾਂ ਦੇ ਇਕਵਿਪਮੈਂਟ ਬਾਰੇ ਉਹਨਾਂ ਨੂੰ ਦੱਸਣਾ ਆ ਕਿ ਇਹ ਇਕਵਿਪਮੈਂਟ ਦੇ ਵਿੱਚ ਇਹ ਕੰਪੋਨੈਂਟਸ ਇਸ ਤਰੀਕੇ ਨਾਲ ਚੱਲਦੇ ਨੇ, ਇਹ ਸਪੇਅਰ ਪਾਰਟਸ ਇਸ ਤਰੀਕੇ ਨਾਲ ਚੱਲਦੇ ਨੇ, ਤਾਂ ਜੋ ਉਹਨਾਂ ਨੂੰ ਮਸ਼ੀਨ ਦੀ ਥੋਰੋ ਨੌਲੇਜ ਹੋ ਜਾਵੇ। ਚਲਾਣੀ ਤਾਂ ਆਪਰੇਟਰ ਨੂੰ ਆਉਂਦੀ ਹੈ, ਬਟ ਉਹ ਕਿਹੜੇ ਪਾਰਟਸ ਕਿਹੜੇ ਕੰਟਰੋਲਸ ਉਹਨੂੰ ਚਲਾਉਂਦੇ ਪਏ ਉਹਦੇ ਨਾਲ ਵੀ ਉਹਨੂੰ ਫੈਮਲੀਅਰ ਕਰਨਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਆਪਰੇਟਰਸ ਨੂੰ ਫੈਮਲੀਅਰ ਕਰਨਾ, ਉਸ ਤੋਂ ਬਾਅਦ ਉਹਦੇ 'ਚ ਕਰਿਓਸਿਟੀ ਲੈ ਕੇ ਆਉਣਾ, ਸੈਂਸ ਆਫ ਓਨਰਸ਼ਿਪ ਲੈ ਕੇ ਆਉਣਾ। ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਉਹਦੇ 'ਚ ਓਨਰਸ਼ਿਪ ਹੋਣੀ ਚਾਹੀਦੀ, ਸੈਂਸ ਆਫ ਓਨਰਸ਼ਿਪ ਡਿਵੈਲਪ ਕਰਨੀ ਉਹਦੇ 'ਚ ਆਪਰੇਟਰ ਦੇ ਵਿੱਚ, ਤਾਂ ਜੋ ਉਹ ਮਸ਼ੀਨਾਂ ਨੂੰ ਆਪਣਾ ਸਮਝਣਾ ਸ਼ੁਰੂ ਕਰੇ। Establish and maintain basic equipment conditions through cleaning, lubrication and tightening. ਇਹ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਕਿ ਜਿਹੜੀਆਂ ਬੇਸਿਕ ਇਕਵਿਪਮੈਂਟ ਕੰਡੀਸ਼ਨਸ ਹੈਗੀਆਂ ਨੇ ਉਹ ਉਹਨੇ ਖੁਦ ਮੇਨਟੇਨ ਕਰਨੀਆਂ, ਜਿਵੇਂ ਉਹ ਕਲੀਨਿੰਗ ਹੋ ਗਈ, ਲੁਬਰੀਕੇਸ਼ਨ ਹੋ ਗਈ, ਜਾਂ ਮਸ਼ੀਨਾਂ ਦੇ ਵਿੱਚ ਇੱਕ ਚੱਲਦੀ ਹੋਈ ਮਸ਼ੀਨ ਕੋਈ ਨਟ ਬੋਲਟ ਟਾਈਟ ਹੋ ਗਏ ਜਾਂ ਕੋਈ ਲਿੰਕੇजेस ਜਿਹੜੀਆਂ ਆ ਉਹ ਲੂਜ਼ ਹੋ ਗਈਆਂ, ਉਹਨਾਂ ਨੂੰ ਟਾਈਟ ਜਿਹੜਾ ਹੈਗਾ ਆਪਰੇਟਰ ਉਹ ਖੁਦ ਕਰੇਗਾ, ਕਲੀਨਿੰਗ ਆਪ ਕਰੇਗਾ, ਲੁਬਰੀਕੇਸ਼ਨ ਵੀ ਮਸ਼ੀਨ ਦੀ ਆਪ ਕਰੇਗਾ। ਇਹਨਾਂ ਛੋਟੇ ਛੋਟੇ ਕੰਮਾਂ ਦੇ ਲਈ ਉਹ ਮੇਨਟੇਨੈਂਸ ਡਿਪਾਰਟਮੈਂਟ ਦੇ ਕੋਲ ਨਹੀਂ ਜਾਏਗਾ ਹੈਲਪ ਦੇ ਲਈ, ਕਿਉਂਕਿ ਇਹ ਜੇ ਛੋਟੇ ਛੋਟੇ ਕੰਮਾਂ ਦੇ ਲਈ ਉਹ ਦੂਸਰੇ ਡਿਪਾਰਟਮੈਂਟ ਦੇ ਵਿੱਚ ਜਾਣ ਲੱਗ ਪਿਆ ਤੇ ਮਸ਼ੀਨ ਦੇ ਉੱਤੇ ਜ਼ਿਆਦਾ ਬ੍ਰੇਕਡਾਊਨ ਸਟਾਰਟ ਹੋ ਜਾਣਗੀਆਂ, ਕਿਉਂਕਿ ਮੇਨਟੇਨੈਂਸ ਡਿਪਾਰਟਮੈਂਟ ਨੂੰ ਬੁਲਾਉਣਾ, ਉਹਨਾਂ ਚੋਂ ਮਕੈਨਿਕ ਨੂੰ ਲੈ ਕੇ ਆਉਣਾ, ਇਹਦੇ ਵਿੱਚ ਕਾਫੀ ਟਾਈਮ ਜਿਹੜਾ ਆ ਉਹ ਵੇਸਟ ਹੁੰਦਾ ਹੈ। Increase availability of plant and machinery, capacity utilization, and to improve overall equipment efficiency. Plant ਦੀ ਔਰ ਮਸ਼ੀਨਰੀ ਦੀ ਅਵੇਲੇਬਿਲਿਟੀ ਨੂੰ ਵਧਾਉਣਾ। ਅਵੇਲੇਬਿਲਿਟੀ ਕਿਵੇਂ ਵਧੇਗੀ? ਜੇ ਅਸੀਂ ਮਸ਼ੀਨਾਂ ਨੂੰ ਮੇਨਟੇਨ ਕਰਕੇ ਰੱਖਦੇ ਹਾਂ, ਫਿਰ ਕੀ ਹੋਏਗਾ, ਜਿਹੜੇ ਅਸੀਂ 8 ਘੰਟੇ ਦੇ ਵਿੱਚ ਪ੍ਰੋਡਕਸ਼ਨ ਕਰਨੀ ਆ, 8 ਘੰਟੇ ਦੇ ਵਿੱਚ ਆਪਾਂ 1500 ਪੀਸ ਤਿਆਰ ਕਰਨੇ ਸੀਗੇ,
ਹੁਣ ਅਸੀਂ ਉਹਦੀ ਕੰਡੀਸ਼ਨ ਸੁਧਾਰਤੀ, ਉਹੀ ਟਾਈਮ ਅਸੀਂ 6 ਘੰਟੇ ਦੇ ਵਿੱਚ 1500 ਜਿੰਨੇ ਵੀ ਮੈਂ ਪਹਿਲਾਂ ਬੋਲਿਆ ਸੀ ਉਹਨੇ ਕੰਪੋਨੈਂਟ ਤਿਆਰ ਕਰਤੇ। 2 ਮਸ਼ੀਨ ਘੰਟੇ ਜਿਹੜਾ ਹੋਇਆ ਉਹ ਮਸ਼ੀਨ ਸਾਨੂੰ ਫ੍ਰੀ ਮਿਲ ਗਈ। ਇਸੇ ਤਰ੍ਹਾਂ 24 ਘੰਟੇ ਦੇ ਵਿੱਚ ਸਾਨੂੰ 4 ਜਾਂ 5 ਘੰਟੇ ਜਿਹੜੀ ਮਸ਼ੀਨ ਉਹ ਸਪੇਅਰ ਮਿਲ ਗਈ, ਸਾਨੂੰ ਜ਼ਿਆਦਾ ਚਲਾਣੀ ਨਹੀਂ ਪਈ। ਇਹਦੇ ਨਾਲ ਕੀ ਹੋਏਗਾ, ਮਸ਼ੀਨ ਦੀ ਅਵੇਲੇਬਿਲਿਟੀ ਵੱਧ ਜਾਏਗੀ। ਜੇ ਆਪਾਂ ਹੋਰ ਪ੍ਰੋਡਕਸ਼ਨ ਕਰਨਾ ਚਾਹੁੰਦੇ ਹਾਂ ਤੇ ਉਹ ਉਹਦੇ ਤੇ ਕੰਮ ਕਰਕੇ ਆਪਾਂ ਹੋਰ ਪ੍ਰੋਡਕਸ਼ਨ ਉਹਦੀ ਦੇ ਸਕਦੇ ਹਾਂ। ਜੇ ਇਦਾਂ ਹੋ ਜਾਏਗਾ ਤੇ ਜਿਹੜਾ ਪਲਾਂਟ ਹੈਗਾ ਉਹਦੀ यूटिलाइजेशन भी बढ़ेगी और ओवरऑल इक्विपमेंट की एफिशिएंसी भी इंक्रीज होएगी। TPM ਦੇ ਗੋਲ ਕੀ ਹੈਗੇ? ਜਦੋਂ ਅਸੀਂ ਮਸ਼ੀਨਾਂ ਦੇ ਉੱਤੇ ਕੰਮ ਕਰਨਾ ਆ, ਉਹਦੇ ਵਿੱਚ ਕਈ ਤਰ੍ਹਾਂ ਦੀਆਂ ਬ੍ਰੇਕਡਾਊਨਸ ਆਉਂਦੀਆਂ ਨੇ, ਕਈ ਤਰ੍ਹਾਂ ਦੇ ਉਹਦੇ ਵਿੱਚ ਲੌਸਿਸ ਆਉਂਦੇ ਨੇ। ਮਸ਼ੀਨ ਕਈ ਤਰੀਕਿਆਂ ਨਾਲ ਬੰਦ ਹੁੰਦੀ ਆ, ਬਾਰ-ਬਾਰ ਉਸ ਮਸ਼ੀਨ ਨੂੰ ਆਪਾਂ ਠੀਕ ਕਰਦੇ ਹਾਂ, ਫਿਰ ਬ੍ਰੇਕਡਾਊਨ ਆ ਜਾਂਦੀ ਹੈ। ਜੇ ਬ੍ਰੇਕਡਾਊਨ ਆਏਗੀ ਜਾਂ ਮਸ਼ੀਨ ਬਾਰ-ਬਾਰ ਰੁਕੇਗੀ ਤਾਂ ਉਹਨਾਂ ਪ੍ਰੋਡਕਸ਼ਨ ਲਾਸ ਹੋਏਗਾ। ਗੋਲ ਕੀ ਹੈ TPM ਦਾ ਕਿ ਇਹ ਜਿਹੜੇ ਲੌਸਿਸ ਨੇ, 6 ਬਿਗ ਲੌਸਿਸ ਨੇ, ਅੱਗੇ ਆਪਾਂ ਡਿਟੇਲ 'ਚ ਡਿਸਕਸ ਕਰਦੇ ਹਾਂ। 6 ਬਿਗ ਲੌਸਿਸ ਆ ਕਿਸੇ ਵੀ ਮਸ਼ੀਨ ਦੇ ਉੱਤੇ, ਉਹਨੂੰ ਅਸੀਂ ਰਿਡਿਊਸ ਕਰਨਾ। ਉਹ ਕਿਉਂ ਰਿਡਿਊਸ ਕਰਨਾ? ਤਾਂ ਜੋ ਇਕਵਿਪਮੈਂਟ ਦੀ ਇਫੈਕਟਿਵਨੈਸ ਵੱਧ ਸਕੇ। ਓਬਵੀਅਸ ਹੈਗਾ, ਜੇ ਮਸ਼ੀਨ ਸਾਡੀ ਰੁਕੇਗੀ ਨਹੀਂ, ਉਹਦੇ 'ਚ ਜਿਹੜੇ ਲੌਸਿਸ ਹੈਗੇ ਆ ਜਾਂ ਬ੍ਰੇਕਡਾਊਨਸ ਹੈਗੀਆਂ ਉਹ ਰਿਡਿਊਸ ਹੋਣਗੀਆਂ ਔਰ ਉਹਦੇ ਨਾਲ ਇਕਵਿਪਮੈਂਟ ਦੀ ਜਿਹੜੀ ਆ ਇਫੈਕਟਿਵਨੈਸ ਵਧੇਗੀ। ਉਹ ਕਿਹੜੇ ਲੌਸਿਸ ਹੈਗੇ ਆ? ਡਾਊਨ ਟਾਈਮ ਲੌਸਿਸ ਹੈਗੇ ਆ, ਸਪੀਡ ਲੌਸਿਸ ਹੈਗੇ ਆ, ਡਿਫੈਕਟ ਲੌਸਿਸ ਹੈਗੇ। ਇਹ 3 ਤਰ੍ਹਾਂ ਦੇ ਲੌਸਿਸ ਤਾਂ ਮੇਜਰ ਹੋ ਗਏ। ਇਹਦੇ 'ਚ ਸਬ ਪਾਰਟ ਆਪਾਂ ਡਿਸਕਸ ਕਰਨੇ ਅੱਗੇ ਜਾ ਕੇ। ਸਬ ਪਾਰਟ ਅਸੀਂ ਇਹਦੇ ਦੂਸਰੇ ਪਾਰਟ ਦੇ ਵਿੱਚ ਡਿਸਕਸ ਕਰਾਂਗੇ। ਸੋ ਇੱਥੇ ਮੈਂ ਕਲਾਸ ਬੰਦ ਕਰਦਾ ਹਾਂ। ਅਗਲੇ ਸੈਗਮੈਂਟ ਦੇ ਵਿੱਚ ਅਸੀਂ ਡਾਊਨ ਟਾਈਮ ਲੌਸਿਸ ਤੋਂ ਸਟਾਰਟ ਕਰਾਂਗੇ। ਥੈਂਕ ਯੂ ਵੈਰੀ ਮਚ।